नहीं होनी चाहिए, जमानत नहीं होनी चाहिए। ना साडे पिंड दा कोई जमानत ही देन जाऊगा, ना ही इन्हूं पिंड च वंड देवांगे। नहीं वंड देवांगे, नहीं जी, जिथे मर्जी खा लो, मेरी पंचायत सारी मेरे नाल आ। ਪਿੰਡ ਵੱਲੋਂ ਨੂੰ ਕੋਈ ਸਾਥ ਨਹੀਂ ਦਿੱਤਾ ਜਾਊਗਾ, ਕੋਈ ਇਹਦੀ ਜ਼ਮਾਨਤ ਨਹੀਂ ਦਊਗਾ, ਬਿਲਕੁਲ ਇਹਦਾ ਬਿਲਕੁਲ ਬਾਈਕਾਟ ਕੀਤਾ ਜਾਊਗਾ। ਅੰਮ੍ਰਿਤਸਰ ਦੇ ਵਿੱਚ 3 ਬੰਬ ਧਮਾਕੇ ਹੋਏ ਸੀ ਤੇ ਉਹਦੇ ਵਿੱਚ ਇੱਕ ਮੇਨ ਮੁਲਜ਼ਮ ਜਿਹੜਾ ਹੈ ਆਜ਼ਾਦਵੀਰ ਸਿੰਘ ਜਿਹੜਾ ਹੈ ਪੁਲਿਸ ਵੱਲੋਂ ਨੋਮੀਨੇਟ ਕੀਤਾ ਗਿਆ ਹੈ। ਤਾਂ ਆਜ਼ਾਦਵੀਰ ਸਿੰਘ ਕੌਣ ਹੈ, ਕਿੱਥੋਂ ਦਾ ਰਹਿਣ ਵਾਲਾ ਹੈ, ਅੱਜ ਅਸੀਂ ਘੁੱਕ ਪੜਤਾਲ ਕਰਨ ਵਾਸਤੇ ਉਸਦੇ ਪਿੰਡ ਪਹੁੰਚੇ ਹਾਂ। ਤੇ ਅਸੀਂ ਇਸ ਵਕਤ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਪਿੰਡ ਵਡਾਲਾ ਕਲਾਂ ਵਿਖੇ ਮੌਜੂਦ ਆ, ਜਿੱਥੋਂ ਦਾ ਉਹ ਰਹਿਣ ਵਾਲਾ ਸੀ। ਆਖਿਰਕਾਰ ਉਸਦਾ ਇਤਿਹਾਸ ਕੀ ਹੈ, ਉਸਦਾ ਘਰ ਕਿਸ ਤਰ੍ਹਾਂ ਦਾ ਹੈ। ਤਾਂ ਇਹ ਘਰ ਜਿਹੜਾ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ, ਇਹ ਉਸ ਸ਼ਖਸ ਦਾ ਘਰ ਹੈ ਜਿਸ ਨੇ ਕਿ ਪੰਜਾਬ ਦੇ ਵਿੱਚ ਇਸ ਵੱਡੀ ਜਿਹੜੀ ਹੈ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਨੇ ਕਿ ਸ਼ਰਮਸਾਰ ਵੀ ਕੀਤਾ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਉਸਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਤਾਂ ਆਜ਼ਾਦਵੀਰ ਸਿੰਘ ਜਿਹੜਾ ਹੈ ਕੱਲਾ ਇਸ ਘਰ ਦੇ ਵਿੱਚ ਰਹਿੰਦਾ ਸੀ ਔਰ ਪਿਛਲੇ ਕਈ ਸਮੇਂ ਤੋਂ ਗਾਇਬ ਸੀ। ਔਰ ਗਾਇਬ ਹੋਣ ਦਾ ਕਾਰਨ ਇਹ ਹੈ ਕਿ ਇਸ ਦੇ ਬਹੁਤ ਜਿਹੜਾ ਹੈ ਸੰਬੰਧ ਕੁਝ ਮਾੜੇ ਲੋਕਾਂ ਦੇ ਨਾਲ ਸਨ। ਤੇ ਜਿਸ ਨੇ ਕਿ ਅੱਜ ਸਵੇਰੇ ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਜਿਹੜਾ ਹੈ ਜਦੋਂ ਉਸਨੇ ਇੱਕ ਧਮਾਕਾ ਕੀਤਾ ਤਾਂ ਉਸ ਦੇ ਵਿੱਚ ਵਿਸ਼ੇਸ਼ ਤੌਰ ਤੇ ਗੱਲ ਸਾਹਮਣੇ ਆਈ ਹੈ ਕਿ ਆਜ਼ਾਦਵੀਰ ਸਿੰਘ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ। ਤਾਂ ਉਸਦੇ ਜਿਹੜਾ ਇੱਕ ਬ੍ਰਦਰ ਹੈ ਉਹ ਵਿਦੇਸ਼ ਹੈ, ਤਾਂ ਇੱਕ ਵੱਡੇ ਪਰਿਵਾਰ ਦੇ ਨਾਲ ਤਾਲੁਕ ਰੱਖਦਾ ਹੈ। ਤਾਂ ਪਿੰਡ ਦੇ ਸਥਾਨਕ ਲੋਕ ਸਾਡੇ ਨਾਲ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਆਜ਼ਾਦਵੀਰ ਸਿੰਘ ਦਾ ਕਰੈਕਟਰ ਕਿੱਦਾਂ ਦਾ ਹੈ। ਤਾਂ ਸਭ ਤੋਂ ਪਹਿਲੇ ਸਰਪੰਚ ਸਾਹਿਬ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ, ਇਸ ਸ਼ਖਸ ਬਾਰੇ? ਮੈਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਘਿਨਾਉਣਾ ਕੰਮ ਕੀਤਾ ਉਹਨੇ। ਗੁਰੂ ਘਰ ਜਾ ਕੇ ਇਹ ਜਿਹਾ ਕੰਮ ਕਰਨਾ, ਉਸ ਬੰਦੇ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ। ਵੱਧ ਤੋਂ ਵੱਧ ਉਹਦਾ ਜਿੰਨਾ ਵੀ ਹੋਵੇ ਉਹਨੂੰ ਸਜ਼ਾ ਮਿਲੇ। ਬਾਕੀ ਉਹ ਪਿੰਡ ਦੇ ਪਹਿਲਾਂ ਵੀ ਚੋਰੀ ਮਾੜੇ ਕਰਮ ਕਰਦੇ ਆ ਤੇ ਇਹਦੀ ਸਸਪੈਂਡ ਵੀ ਹੋਇਆ ਵਾ। ਬਾਬਾ ਲੱਗਾ ਰਿਹਾ, ਮੁੜ ਕੇ ਇੱਥੋਂ ਬਦਲੀ ਕਰਾ ਕੇ ਫਿਰ ਤੁਹਾਨੂੰ ਸਸਪੈਂਡ ਹੋਇਆ। ਤੇ ਇਹ ਮਾੜਾ ਬੰਦਾ, ਅਮਲੀ ਬੰਦਾ, ਸਮੈਕੀ ਹੈ ਜਾਂ ਇਹ ਮਾੜੇ ਬੰਦਿਆਂ ਦੇ ਦਰਸ਼ਨ ਮਾੜਾ ਵਾ। ਇਹ ਕਰਕੇ ਇਹਨਾਂ ਨੂੰ ਜਿੰਨੀ ਵੀ ਹੋਵੇ ਵੱਧ ਤੋਂ ਵੱਧ ਸਖਤ ਸਜ਼ਾ ਦੇਣੀ ਆ। ਉਹ ਘਰ ਜਿੱਥੇ ਜਾ ਕੇ ਨਮਸਕਾਰ ਕਰਦੇ ਆ, ਸ਼ਾਂਤੀ ਮਿਲਦੀ ਆ, ਉਹ ਘਰ ਜਾ ਕੇ ਬੰਬ ਚਲਾਉਂਦੇ ਆ। ਇਹਨੂੰ ਮਾੜਾ ਹੋਰ ਕੀ ਹੋ ਸਕਦਾ। ਮੈਂ ਇੰਨੀਆਂ ਗੱਲਾਂ ਕਹੀਆਂ, ਪਰ ਸਾਡੇ ਪਿੰਡ ਦਾ ਉਹਨੇ ਨਾਂ ਬਦਨਾਮ ਕਰਤਾ। ਸਾਡੇ ਪਿੰਡ ਦੇ 2 ਸਾਧੂ ਆ, ਬਾਬਾ ਬਿਸ਼ਨ ਸਿੰਘ ਜੀ ਹੋਏ, ਬਾਬਾ ਮੱਖਣ ਸਿੰਘ ਜੀ ਹੋਏ, ਜਿਹਦਾ ਨਾਂ ਲੈਂਦੇ ਸਾਡੇ ਪਿੰਡ ਨੂੰ ਸਤਿਕਾਰ ਮਿਲਦਾ ਸੀ। ਅੱਜ ਸਾਡੇ ਪਿੰਡ ਨੂੰ ਬਦਨਾਮੀ ਕਰਾਤੀ, ਸਾਰੇ ਪਿੰਡ ਦੀ, ਸਾਡੇ ਇਲਾਕੇ ਦੀ ਵੀ ਹੋਈ ਹੈ ਇਹ ਗੱਲ 'ਚ। ਇਹਦੀ ਜ਼ਮਾਨਤ ਵਗੈਰਾ ਜਦੋਂ ਨਹੀਂ ਹੋਣੀ ਚਾਹੀਦੀ, ਇਹਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ। ਨਾ ਸਾਡੇ ਪਿੰਡ ਦਾ ਕੋਈ ਜ਼ਮਾਨਤ ਹੀ ਦੇਣ ਜਾਊਗਾ, ਨਾ ਹੀ ਇਹਨੂੰ ਪਿੰਡ 'ਚ ਵੰਡ ਦੇਵਾਂਗੇ। ਪਿੰਡ 'ਚ ਨਹੀਂ ਵੜਨ ਦਿਓ? ਨਹੀਂ ਵੰਡ ਦੇਵਾਂਗੇ, ਨਹੀਂ ਜੀ, ਜਿੱਥੇ ਮਰਜ਼ੀ ਖਾ ਲਓ, ਮੇਰੀ ਪੰਚਾਇਤ ਸਾਰੀ ਮੇਰੇ ਨਾਲ ਆ। ਇਹ ਜੇ ਮਾੜੇ ਬੰਦੇ ਦਰਸ਼ਨ ਨਹੀਂ ਮਾੜਾ, ਸਾਡੇ ਪਿੰਡੋਂ 15-20 ਸਾਲ ਨਿਕਲਿਆ ਏ, ਗਾਂ ਵੜੂਗਾ ਵੀ ਨਹੀਂ। ਤੇ ਪਿੰਡ ਦੇ ਵਿੱਚ ਨਹੀਂ ਵੜਨ ਦਿਓਗੇ ਤੇ ਨਾ ਹੀ ਇਹਦੀ ਕੋਈ ਜ਼ਮਾਨਤ ਵੀ ਨਹੀਂ? ਨਹੀਂ, ਕੋਈ ਜ਼ਮਾਨਤ ਨਹੀਂ, ਕੋਈ ਜ਼ਮਾਨਤ ਨਹੀਂ ਦਊਗਾ ਜੀ। ਗੰਦੇ ਬੰਦੇ ਦਾ ਮਾੜਾ, ਮਾੜੇ ਦਾ ਦਰਸ਼ਨ ਮਾੜਾ। ਚੰਗੇ ਬੰਦਾ ਚੰਗੇ ਦੀ ਸੋਭਤਾ ਕਰੀਏ। ਸਾਡੇ ਪਿੰਡ ਦਾ ਇਹਨੇ ਬਦਨਾਮ ਕਰਤਾ, ਪਿੰਡ ਨਗਰ ਨੂੰ ਬਦਨਾਮ ਕਰਤਾ ਸਾਡੇ ਨੂੰ। ਮੈਂ ਇਹਦਾ ਨਾ ਮੇਰਾ ਪਿੰਡ ਦੀ ਕੋਈ ਜਾਊਗਾ, ਨਾ ਹੋਣ ਦਾਂਗੇ ਜ਼ਮਾਨਤ, ਨਾ ਜਿੱਥੇ ਲੋੜ ਪਈ ਉੱਥੇ ਇਹਦੇ ਡਟ ਕੇ ਵਿਰੋਧ ਕਰਾਂਗੇ ਇਹਦਾ। ਕੀ ਕਹਿਣਾ ਚਾਹੋਗੇ ਸਰਦਾਰ ਜੀ, ਜਿਸ ਤਰੀਕੇ ਨਾਲ ਇਹਨੇ ਘਿਨਾਉਣੀ ਹਰਕਤ ਕੀਤੀ, ਗੁਰੂ ਘਰ ਜਾ ਕੇ ਇਸ ਤਰ੍ਹਾਂ ਉਹਨੇ ਕੰਮ ਕੀਤਾ, ਕੀ ਕਹੋ? ਹਾਂਜੀ, ਬਹੁਤ ਮਾੜਾ ਕੀਤਾ ਹੈ। ਗੁਰੂ ਘਰ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ। ਤੇ ਉੱਥੇ ਗੁਰੂ ਨਮਸਕਾਰ ਕਰਦੇ ਜਾਂਦੇ ਆ, ਇਹਨਾਂ ਨੇ ਇਹੋ ਜਿਹੀ ਗੱਲ ਕੀਤੀ, ਬਹੁਤ ਜ਼ਿਆਦਾ ਮਾੜੀ ਗੱਲ ਕੀਤੀ ਆ। ਇਹਦੇ ਨਾਲ ਜੋ ਹੋਰ ਮਾੜੀ ਗੱਲ ਕਰਦੀ ਜ਼ਿਆਦਾ ਕੀ ਹੋ ਸਕਦੀ ਆ। ਇਹਨੂੰ ਸਜ਼ਾ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ। ਤੇ ਪਿੰਡ ਵੱਲੋਂ ਕੋਈ ਸਾਥ ਨਹੀਂ ਦਿੱਤਾ ਜਾਏਗਾ? ਪਿੰਡ ਵੱਲੋਂ ਨੂੰ ਕੋਈ ਸਾਥ ਨਹੀਂ ਦਿੱਤਾ ਜਾਊਗਾ, ਕੋਈ ਇਹਦੀ ਜ਼ਮਾਨਤ ਨਹੀਂ ਦਊਗਾ, ਬਿਲਕੁਲ ਇਹਦਾ ਬਿਲਕੁਲ ਬਾਈਕਾਟ ਕੀਤਾ ਜਾਊਗਾ। ਤੇ ਇਹਦਾ ਪਿਛੋਕੜ ਕੀ ਹੈ ਵੈਸੇ? ਇਹਦਾ ਪਿਛੋਕੜ ਇਹਨਾਂ ਦਾ ਸ਼ੁਰੂ ਤੋਂ ਹੀ ਇਹੋ ਹੀ ਆ। ਇਹਦਾ ਬਾਬੇ ਦਾ ਵੀ ਇਹੋ ਕੰਮ, ਪਿਓ ਦਾ ਵੀ ਇਹੋ ਕੰਮ ਆ, ਗਾੜੀ ਇਹਨਾਂ ਦਾ ਵੀ ਇਹੋ ਕੰਮ ਆ। ਮਾੜੇ ਕੰਮ ਕਰਦੇ ਰਹੇ ਸ਼ੁਰੂ ਤੋਂ ਹੀ। ਹਾਂਜੀ, ਸ਼ੁਰੂ ਤੋਂ ਹੀ ਕਰੈਕਟਰ ਮਾੜਾ ਸੀ? ਹਾਂਜੀ, ਸ਼ੁਰੂ ਤੋਂ ਮਾੜਾ ਹੀ ਕਰੈਕਟਰ ਇਹਨਾਂ ਦਾ। ਹੁਣ ਪਿੰਡ ਵਾਲਿਆਂ ਵੱਲੋਂ ਬਾਈਕਾਟ ਦਾ? ਹਾਂ, ਬਾਈਕਾਟ, ਪੱਕਾ ਬਾਈਕਾਟ ਆ ਪਿੰਡ ਵਾਲਾ। ਵੇਖੋ, ਇਹ ਪਿੰਡ ਦੇ ਚੰਗੇ ਲੋਕ ਵੀ ਨੇ, ਜਿੱਥੇ ਉਹੋ ਜਿਹੇ ਮਾੜੇ ਲੋਕ ਵੀ ਨੇ, ਦੂਜੇ ਬੰਨੇ ਇਹੋ ਜਿਹੇ ਪਿੰਡ ਦੇ ਚੰਗੇ ਲੋਕ ਨੇ। ਤੁਸੀਂ ਵੇਖੋ ਕਿ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਕਿਸੇ ਵੀ ਹਾਲਤ 'ਚ ਇਸ ਦੀ ਕਿਸੇ ਵੀ ਤਰ੍ਹਾਂ ਦੀ ਇਹਦੀ ਹਮਾਇਤ ਨਹੀਂ ਕੀਤੀ ਜਾਏਗੀ ਔਰ ਇੱਥੋਂ ਤੱਕ ਕਿ ਇਸ ਦਾ ਬਾਈਕਾਟ ਤੱਕ ਕੀਤਾ ਜਾਏਗਾ। ਔਰ ਨਾਲ ਹੀ ਨਾਲ ਪਿੰਡ ਦਾ ਕੋਈ ਵੀ ਵਿਅਕਤੀ ਇਹਦੀ ਜ਼ਮਾਨਤ ਦੇਣ ਤੱਕ ਨਹੀਂ ਜਾਊਗਾ। ਤਾਂ ਇਹ ਪਿੰਡ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਗਿਆ, ਚਾਹੇ ਇੱਕ ਮੰਦਭਾਗੀ ਘਟਨਾ ਘਟੀ ਹੈ, ਪਰ ਦੂਜੇ ਬੰਨੇ ਪਿੰਡ ਦੇ ਜਿਹੜੇ ਲੋਕਾਂ ਵੱਲੋਂ ਇਹ ਫੈਸਲਾ ਕੀਤਾ ਗਿਆ। ਲਗਾਤਾਰ ਅਸੀਂ ਉਹਦੇ ਘਰ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤਸਵੀਰਾਂ ਉਸਦੇ ਘਰ ਦੀਆਂ ਸਾਂਝੀਆਂ ਕਰ ਰਹੇ ਹਾਂ। ਤੁਸੀਂ ਵੇਖੋ ਕਿ ਇਹ ਘਰ ਜਿਹੜਾ ਹੈ ਆਜ਼ਾਦਵੀਰ ਸਿੰਘ ਦਾ ਹੈ ਔਰ ਇਸ ਆਜ਼ਾਦਵੀਰ ਸਿੰਘ ਇੱਥੇ ਕਦੀ ਕਦੀ ਆਉਂਦਾ ਸੀ, ਨਸ਼ਾ ਪੱਤਾ ਕਰਨ ਦਾ ਆਦੀ ਸੀ ਔਰ ਇਸ ਕਰਕੇ ਇਸਨੇ, ਤੁਸੀਂ ਦੇਖੋ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਬਣੇ ਨੇ। ਪੂਰਾ ਘਰ ਇਸ ਵੇਲੇ ਖੰਡਰ ਬਣ ਚੁੱਕਾ ਹੈ ਤੇ ਕਮਰੇ ਦੇ ਅੰਦਰ ਦੀ ਵੀ ਕੋਈ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਦੇਖੋ ਕਿ ਇੱਥੇ ਜਿਹੜਾ ਹੈ ਇਸ ਦੇ ਘਰ ਦੇ ਵਿੱਚ ਜਿੰਨਾ ਸਮਾਨ ਸੀ ਜਾਂ ਹੋਰ ਵੀ ਜਿਹੜੀਆਂ ਚੀਜ਼ਾਂ ਸੀ ਉਹ ਇਸ ਵੱਲੋਂ ਜਿਹੜੀਆਂ ਹੈ ਵੇਚ ਦਿੱਤੀਆਂ ਗਈਆਂ। ਔਰ ਕਈ ਵਾਰ ਇੱਥੇ ਜਿਹੜਾ ਹੈ ਪਿੰਡ ਵਾਲੇ ਦੇ ਲੋਕ, ਕਿਉਂਕਿ ਪਿੰਡ ਵਾਲਾ ਕਾਫੀ ਇਹਦੇ ਕੋਲ ਦੁਖੀ ਹੈ, ਕਿਉਂਕਿ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਗੱਲਾਂ ਉਹਨਾਂ ਵੱਲੋਂ ਆਖੀਆਂ ਗਈਆਂ ਨੇ ਕਿ ਇਸਨੇ
ਕਈ ਵਾਰ ਇੱਥੇ ਲੜਾਈ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਪਿੰਡ ਵਾਲੇ ਇਹਦੇ ਪਾਸੋਂ ਡਰਦੇ ਸਨ। ਤਾਂ ਲੇਕਿਨ ਤਸਵੀਰਾਂ ਰਾਹੀਂ ਤੁਸੀਂ ਵੇਖੋ ਕਿ ਉਸ ਪੂਰੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ, ਪੂਰੇ ਘਰ ਨੂੰ ਖੰਡਰ ਬਣਾਇਆ ਗਿਆ ਹੈ। ਤਾਂ ਇਸਨੇ ਜਿਹੜਾ ਹੈ ਇੱਕ ਸਾਜ਼ਿਸ਼ ਰਚੀ, ਇਸਨੇ ਸਾਜ਼ਿਸ਼ ਰਚੀ ਕਿ ਕਿਸੇ ਤਰੀਕੇ ਨਾਲ ਅਸ਼ਾਂਤੀ ਫੈਲਾਈ ਜਾਵੇ। ਅਸ਼ਾਂਤੀ ਫੈਲਾਉਣ ਵਾਸਤੇ ਉਸਨੇ, ਤੁਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਗੁਰੂ ਰਾਮਦਾਸ ਸਰਾਹ ਹੈ, ਜਿੱਥੇ ਕਿ ਸਿੱਖ ਸੰਗਤਾਂ ਜਿਹੜੀਆਂ ਨੇ ਨਤਮਸਤਕ ਵੀ ਹੁੰਦੀਆਂ ਨੇ, ਤਾਂ ਉਸ ਦੇ ਅੰਦਰ ਬਣੀ ਸਰਾਹ ਦੇ ਵਿੱਚ ਇਸ ਵੱਲੋਂ ਜਿਹੜਾ ਹੈ ਇੱਥੇ ਵਿਸਫੋਟ ਕੀਤਾ ਗਿਆ। ਅੱਜ ਸਵੇਰੇ ਸਭ ਤੋਂ ਮੰਦਭਾਗੀ ਘਟਨਾ, ਕਿਉਂਕਿ ਦੋ ਜਿਹੜੇ ਨੇ ਵਿਸਫੋਟ ਜਿਹੜੇ ਨੇ ਉਸ ਤੋਂ ਪਹਿਲਾਂ ਜਿਹੜਾ ਹੈ ਹੋਏ ਸੀ ਹੈਰੀਟੇਜ ਸਟਰੀਟ ਦੇ ਵਿੱਚ, ਜਿਹਦੇ ਵਿੱਚ ਕਿ ਇੱਕ ਸ਼ਨੀਵਾਰ ਰਾਤ ਨੂੰ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਦੂਸਰੀ ਵਾਰਦਾਤ ਜਿਹੜੀ ਹੈ ਸੋਮਵਾਰ ਸਵੇਰ ਨੂੰ ਦਿੱਤੀ ਗਈ। ਤਾਂ ਸੋਮਵਾਰ ਸਵੇਰੇ ਜਿਹੜੀ ਵਾਰਦਾਤ ਹੋਈ, ਉਸ ਤੋਂ ਬਾਅਦ ਜਿਹੜਾ ਹੈ ਇਸਨੇ ਸਾਜ਼ਿਸ਼ ਰਚੀ ਕਿ ਇੱਕ ਵੱਡੀ ਵਾਰਦਾਤ ਨੂੰ ਫਿਰ ਅੰਜਾਮ ਦੇਣਾ ਚਾਹੇਗਾ। ਤਾਂ ਉਸਨੇ ਅੱਜ ਅਗਰ ਗੱਲ ਕਰੀਏ ਤਾਂ ਬੀਤੀ ਰਾਤ ਜਾਂ ਅੱਜ ਸਵੇਰ ਤੱਕ ਤਕਰੀਬਨ 1 ਵਜੇ ਦਾ ਸਮਾਂ ਸੀ, ਅੱਧੀ ਰਾਤ ਵੇਲੇ ਇਸਨੇ ਜਿਹੜਾ ਹੈ ਇੱਕ ਵਿਸਫੋਟ ਜਿਹੜਾ ਹੈ ਉਹ ਆਪਣੇ ਕੁਝ ਸਾਥੀਆਂ ਦੇ ਨਾਲ ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਕੀਤਾ। ਤਾਂ ਉਸ ਤੋਂ ਬਾਅਦ ਕਮਰਾ ਨੰਬਰ 225 ਜੋ ਕਿ ਇਸ ਦੇ ਵੱਲੋਂ ਰੱਖਿਆ ਗਿਆ ਸੀ, ਉਹ ਵੀ ਇਸਨੇ ਜਿਹੜਾ ਹੈ ਉੱਥੇ ਰਹਿ ਰਿਹਾ ਸੀ, ਤੇ ਉਹਦੇ ਬਾਥਰੂਮ ਦੇ ਵਿੱਚ ਰਹਿ ਕੇ ਇਹਨੇ ਇਸ ਤਰ੍ਹਾਂ ਦਾ ਜਿਹੜਾ ਵਿਸਫੋਟਕ ਜਿਹੜਾ ਹੈ ਇਸਨੇ ਤਿਆਰ ਕੀਤਾ ਸੀ। ਤੇ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਪੁਲਿਸ ਨੇ ਇਸ ਸ਼ਖਸ ਨੂੰ ਗ੍ਰਿਫਤਾਰ ਕੀਤਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਕੁਝ ਰੈਡੀਕਲ ਐਕਟੀਵਿਟੀਜ਼ ਦੇ ਵਿੱਚ ਹੈ। ਤਾਂ ਇਸਨੇ ਜਿਹੜਾ ਹੈ ਇਹ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਕਿ ਪੰਜਾਬ ਨੂੰ ਬਦਨਾਮ ਕੀਤਾ ਜਾਵੇ। ਤਾਂ ਜਿਸ ਤਰੀਕੇ ਨਾਲ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਿਸ ਤਰ੍ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਜਾ ਕੇ ਜਿਸ ਤਰ੍ਹਾਂ ਦੀ ਘਿਨੌਣੀ ਇਸ ਬੰਦੇ ਨੇ ਵਾਰਦਾਤ ਕੀਤੀ, ਉਸ ਨੂੰ ਲੈ ਕੇ ਸਾਰੇ ਲੋਕ ਦੁਖੀ ਨੇ। ਕਿਉਂਕਿ ਜਿਹੜਾ ਵੀ ਕੋਈ ਵਿਅਕਤੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਉਂਦਾ, ਇੱਕ ਸ਼ਰਧਾ ਦੀ ਭਾਵਨਾ ਦੇ ਨਾਲ ਆਉਂਦਾ ਹੈ, ਲੇਕਿਨ ਉਸ ਸ਼ਰਧਾ ਭਾਵਨਾ ਦੇ ਉੱਤੇ ਇਸਨੇ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇਸ ਦਾ ਅੱਗਾ ਪਿੱਛਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੈ। ਇਸ ਦੀ ਇੱਕ ਪਤਨੀ ਸੀ ਜੋ ਵੀ ਇਸ ਨੂੰ ਛੱਡ ਕੇ ਜਾ ਚੁੱਕੀ ਹੈ, ਕਿਉਂਕਿ ਇੱਕ ਸਰਕਾਰੀ ਮੁਲਾਜ਼ਮ ਸੀ, ਉਸ ਵੇਲੇ ਕਾਫੀ ਨਸ਼ਾ ਪੱਤਾ ਕਰਦਾ ਸੀ, ਜਿਸ ਕਰਕੇ ਜਿਹੜਾ ਹੈ ਨੌਕਰੀ ਤੋਂ ਵੀ ਬਰਖਾਸਤ ਕੀਤਾ ਗਿਆ। ਫੈਮਿਲੀ ਦੇ ਬਾਕੀ ਜਿਹੜੇ ਇੱਕ ਬ੍ਰਦਰ ਸਿਸਟਰ ਵਿਦੇਸ਼ 'ਚ ਰਹਿੰਦੇ ਨੇ ਔਰ ਮਾਤਾ ਪਿਤਾ ਇਸ ਦੁਨੀਆ 'ਚ ਨਹੀਂ ਨੇ, ਤਾਂ ਇਕੱਲਾ ਬੰਦਾ ਰਹਿੰਦਾ ਸੀ। ਔਰ ਉਸ ਤੋਂ ਬਾਅਦ ਇਸ ਵਿਅਕਤੀ ਨੇ ਨਸ਼ਾ ਪੂਰਤੀ ਕਰਨੀ ਸ਼ੁਰੂ ਕਰਤੀ। ਤਾਂ ਹੁਣ ਉਸਨੇ ਇੱਕ ਤਸਵੀਰ ਜਾਰੀ ਕੀਤੀ, ਤੁਸੀਂ ਦੇਖੋਗੇ ਜਿਸ ਵੇਲੇ ਤਸਵੀਰ ਜਾਰੀ ਕਰਦਾ ਹੈ ਬਕਾਇਦਾ ਤੌਰ ਦੇ ਉੱਤੇ ਪਾਰਕਿੰਗ ਦੇ ਉੱਪਰ ਖੜਾ ਸੀ, ਤੇ ਪਾਰਕਿੰਗ ਦੇ ਉੱਪਰ ਖੜ ਕੇ ਉਸਨੇ 2 ਜਿਹੜੇ ਬਾਰੂਦ ਦਿਖਾਏ ਔਰ ਉਸ ਤੋਂ ਬਾਅਦ ਉਹਨਾਂ ਨੂੰ ਫਟਾਉਣ ਦਾ ਕੰਮ ਕੀਤਾ। ਤਾਂ ਇਸ ਤਰ੍ਹਾਂ ਦੀ ਘਟਨਾਵਾਂ ਕੀਤੀਆਂ, ਲੇਕਿਨ ਉਸ ਦਾ ਜ਼ਮੀਨੀ ਪੱਧਰ ਦੇ ਉੱਤੇ ਜਿਹੜਾ ਹੈ ਆਧਾਰ ਤੁਹਾਨੂੰ ਅਸੀਂ ਦਿਖਾਉਣਾ ਹੈ ਕਿ ਕਿੰਨਾ ਹਾਲਾਤਾਂ 'ਚ ਨੇ ਉਹਦੇ ਘਰ ਦੇ ਇਸ ਵੇਲੇ ਹਾਲਾਤ। ਕੁਝ ਇਸ ਤਰ੍ਹਾਂ ਦੇ ਉਹਦੇ ਆਸ-ਪਾਸ ਦੇ ਜਿਹੜੇ ਰਿਸ਼ਤੇਦਾਰ ਨੇ, ਇਹ ਉਹਨਾਂ ਦੇ ਕੁਝ ਰਿਸ਼ਤੇਦਾਰਾਂ ਦਾ ਮਕਾਨ ਹੈ ਜੋ ਕਿ ਵਿਦੇਸ਼ 'ਚ ਰਹਿੰਦੇ ਨੇ, ਤੇ ਉਹਨਾਂ ਵੱਲੋਂ ਆਪਣੀ ਪਹਿਲੀ ਜਿਹੜੀ ਹੈ ਉਹ ਕਾਫੀ ਜਿਹੜੀ ਹੈ ਠੇਕੇ ਤੇ ਦਿੱਤੀ ਹੋਈ ਹੈ। ਲੇਕਿਨ ਅਜੇਬੀਰ ਸਿੰਘ ਦੀ ਅਗਰ ਗੱਲ ਕਰੀਏ ਤਾਂ ਇੱਕ ਭੈੜੀ ਛਵੀ ਦਾ ਵਿਅਕਤੀ ਹੈ, ਔਰ ਭੈੜੀ ਛਵੀ ਦੇ ਵਿਅਕਤੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗਲਿਆਰੇ ਦੇ ਵਿੱਚ ਇੱਕ ਘਿਨੌਣਾ ਕੰਮ ਕੀਤਾ, ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਚੰਗੇ ਪ੍ਰਯਾਸ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੁਲਿਸ ਦੇ ਸਹਿਯੋਗ ਦੇ ਨਾਲ ਉਸ ਨੂੰ ਕਾਬੂ ਕੀਤਾ ਗਿਆ। ਤੇ ਉਸਦੇ ਘਰ ਦੀ ਤਸਵੀਰ ਦਿਖਾਈ, ਇੱਕ ਵਾਰ ਫਿਰ ਤੁਹਾਨੂੰ ਅਸੀਂ ਘਰ ਦੀ ਤਸਵੀਰ ਦਿਖਾਉਂਦੇ ਹਾਂ ਕਿ ਇਹ ਉਸ ਸ਼ਖਸ ਦਾ ਘਰ ਹੈ ਜੋ ਕਿ ਇਸ ਵੇਲੇ ਸਭ ਤੋਂ ਜ਼ਿਆਦਾ ਇਨਸਾਨੀਅਤ ਦਾ ਦੁਸ਼ਮਣ ਜਿਹੜਾ ਹੈ ਮੰਨਿਆ ਜਾ ਰਿਹਾ, ਕਿਉਂਕਿ ਉਸਨੇ ਜਿਸ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦਾ ਅਪਰਾਧ ਕੀਤਾ ਹੈ ਉਹ ਨਿੰਦਣਯੋਗ ਹੈ। ਤਾਂ ਤੁਸੀਂ ਦੇਖੋ ਘਰ ਦੇ ਹਾਲਾਤ ਇਸ ਤਰ੍ਹਾਂ ਨੇ, ਸਾਫ਼ ਨਜ਼ਰ ਆਉਂਦਾ ਹੈ ਕਿ ਇਹ ਘਰ ਹੁਣ ਪੂਰੀ ਤਰ੍ਹਾਂ ਦੇ ਨਾਲ ਖੰਡਰ ਬਣ ਚੁੱਕਾ ਹੈ। ਤਾਂ ਇਸ ਕਰਕੇ ਇਸ ਘਰ ਦੀਆਂ ਤਸਵੀਰਾਂ ਦਿਖਾਉਣੀਆਂ ਇਸ ਕਰਕੇ ਜ਼ਰੂਰੀ ਸੀ ਕਿ ਉਸਦਾ ਪਿਛੋਕੜ ਕੀ ਹੈ, ਉਹ ਕਿਸ ਤਰੀਕੇ ਦੀ ਉਹਦਾ ਪਿਛੋਕੜ ਹੈ ਔਰ ਕਿਸ ਤਰੀਕੇ ਨਾਲ ਰਹਿੰਦਾ ਹੈ। ਕਿਉਂਕਿ ਪਿੰਡ ਵਾਲੇ ਕਹਿੰਦੇ ਨੇ ਕਿ ਬਹੁਤ ਘੱਟ ਇੱਥੇ ਆਉਂਦਾ ਸੀ, ਔਰ ਜਦੋਂ ਆਉਂਦਾ ਸੀ ਤਾਂ ਉਹਦੇ ਵੱਲੋਂ ਬਹੁਤ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾਂਦਾ ਸੀ। ਅਸੀਂ ਪਿੰਡ ਦੇ ਕੁਝ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਪਿੰਡ ਦੇ ਜਿਹੜੇ ਲੋਕ ਨੇ ਉਹ ਕੈਮਰੇ ਦੇ ਅੱਗੇ ਆਉਣ ਨੂੰ ਤਿਆਰ ਨਹੀਂ ਹੈ। ਉਹਨਾਂ ਨੇ ਕਿਹਾ ਸਾਨੂੰ ਬਹੁਤ ਡਰ ਲੱਗਦਾ, ਕਿਉਂਕਿ ਇਸ ਵੱਲੋਂ ਲਗਾਤਾਰ ਧਮਕਾਇਆ ਜਾਂਦਾ ਸੀ ਕਿ ਕੋਈ ਵੀ ਉਸ ਦੇ ਖਿਲਾਫ ਬੋਲੇਗਾ ਤਾਂ ਉਸ ਦੇ ਉੱਤੇ ਕਾਰਵਾਈ ਕਰੇਗਾ। ਕਿਉਂਕਿ ਜਿਸ ਤਰ੍ਹਾਂ ਦੇ ਉਹਦੇ ਲੱਛਣ ਨਜ਼ਰ ਆ ਰਹੇ ਸੀ, ਜਿਸ ਤਰੀਕੇ ਦੇ ਨਾਲ ਉਸਨੇ 2-3 ਵਾਰਦਾਤਾਂ ਨੂੰ ਅੰਜਾਮ ਦਿੱਤਾ। ਲੇਕਿਨ ਸਭ ਤੋਂ ਵੱਡਾ ਸਵਾਲ ਹੈ ਉਹਦੇ ਕੋਲ ਪੈਸਾ ਕਿਵੇਂ ਆਇਆ, ਕਿਵੇਂ ਉਸਨੇ ਇਸ ਤਰੀਕੇ ਦੇ ਨਾਲ ਫੰਡਿੰਗ ਕੀਤੀ। ਕਿਉਂਕਿ ਘਰ ਦੇ ਜੋ ਹਾਲਾਤ ਦਿਖ ਰਹੇ ਨੇ ਉਹ ਤੇ ਸਾਫ਼ ਨਜ਼ਰ ਆ ਰਹੇ ਨੇ ਕਿ ਘਰ ਇੱਕ ਪੂਰਨ ਤੌਰ ਤੇ ਖੰਡਰ ਬਣ ਚੁੱਕਾ ਹੈ, ਲੇਕਿਨ ਉਸਕੇ ਪਾਸ ਪੈਸਾ ਕਿੱਥੋਂ ਆਇਆ, ਇਹ ਵੱਡਾ ਸਵਾਲ ਹੈ। ਦੂਜਾ ਸਵਾਲ ਸਭ ਤੋਂ ਪਹਿਲਾਂ ਹੋ ਰਿਹਾ ਹੈ ਕਿ ਆਖਿਰਕਾਰ ਉਸਨੂੰ ਟ੍ਰੇਨਿੰਗ ਕਿਸ ਨੇ ਦਿੱਤੀ। ਤੀਸਰਾ ਉਸਦੇ ਮਨ 'ਚ ਕਿਸ ਤਰੀਕੇ ਨਾਲ ਆਇਆ ਕਿ ਉਹ ਹੈਰੀਟੇਜ ਸਟਰੀਟ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਸਰਾਹ ਨੂੰ ਟਾਰਗੇਟ ਕਰੇਗਾ। ਚੌਥਾ, ਉਸ ਨੂੰ ਇਹ ਸਾਰਾ ਰਸਤਾ ਕਿਸ ਨੇ ਦਿਖਾਇਆ। ਪੰਜਵਾਂ ਜਿਹੜਾ ਹੈ ਆਖਿਰਕਾਰ ਉਹ ਕਿਸ ਮੋਡਿਊਲ ਦਾ ਹਿੱਸਾ ਹੈ। ਤਾਂ ਇਹ 5 ਸਵਾਲ ਜਿਹੜੇ ਨੇ ਇਸ ਵੇਲੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ, ਜਿਹੜੇ ਪੁਲਿਸ ਉਹਦੇ ਕੋਲੋਂ ਪੁੱਛੇਗੀ। ਲੇਕਿਨ ਉਸ ਦੇ ਘਰ ਦੇ ਜੋ ਹਾਲਾਤ ਨੂੰ ਅਸੀਂ ਤੁਹਾਨੂੰ ਸਾਂਝਾ ਕੀਤੇ ਨੇ ਤੇ ਪਿੰਡ ਦੇ ਲੋਕ ਉਹਦੇ ਕੋਲੋਂ ਕਾਫੀ ਦੁਖੀ ਨੇ। ਤਾਂ ਅਜੇਬੀਰ ਸਿੰਘ ਜਿਹੜਾ ਹੈ ਉਹ ਇਸ ਵੇਲੇ ਜੋ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਸਰਾਹ ਦੇ ਉੱਤੇ ਜਾ ਕੇ ਉਸਨੇ ਇੱਕ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ, ਉਸ ਦੀ ਗਰਾਊਂਡ ਜ਼ੀਰੋ ਰਿਪੋਰਟ ਅਸੀਂ ਤੁਹਾਡੇ ਨਾਲ ਸਾਂਝੀ